ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਦੋਸਤ ਰਾਜਵੀਰ ਜੌਲ ਇੱਕ ਨਵੀਂ ਕਹਾਣੀ ਦੇ ਨਾਲ ਹਰਕਿਰਨ ਦੁਆਰਾ ਲਿਖੀ ਗਈ ਕਹਾਣੀ ਮੇਰਾ ਪਤਾ। ਕਚਹਿਰੀ ਵਿੱਚ ਵਕੀਲ ਦੇ ਚੈਂਬਰ ਵਿੱਚ ਜਸਪ੍ਰੀਤ ਬੜੀ ਉਦਾਸ ਜਿਹੀ ਬੈਠੀ ਸੀ। ਮੁਨਸ਼ੀ ਨੇ ਉਸ ਦਾ ਨਾਮ ਪੁੱਛਿਆ ਤਾਂ ਉਸਨੇ ਬੜੀ ਮੱਧਮ ਜਿਹੀ ਆਵਾਜ਼ ਵਿੱਚ ਕਿਹਾ, ਜੀ ਜਸਪ੍ਰੀਤ। ਮੁਨਸ਼ੀ ਫਿਰ ਪੁੱਛਣ ਲੱਗਾ, ਬੀਬੀ ਆਪਣਾ ਐਡਰੈਸ ਦੱਸ। ਇਹ ਸੁਣ ਕੇ ਜਸਪ੍ਰੀਤ ਕੁਝ ਠਠੰਬਰ ਜਿਹੀ ਗਈ ਤੇ ਚੁੱਪ ਰਹੀ। ਬੀਬੀ ਆਪਣਾ ਪਤਾ ਦੱਸ, ਮੁਨਸ਼ੀ ਨੇ ਫਿਰ ਪੁੱਛਿਆ। ਇਸ ਵਾਰ ਜਸਪ੍ਰੀਤ ਹੋਰ ਘਬਰਾ ਗਈ। ਉਸਨੂੰ ਉਲਝਣ 'ਚ ਪਈ ਵੇਖ ਵਕੀਲ ਸਾਹਿਬ ਪੁੱਛਣ ਲੱਗੇ, ਬੀਬੀ ਆਪਣਾ ਪਤਾ ਦੱਸ, ਕਿੱਥੇ ਰਹਿੰਦੀ ਆ ਤੂੰ? ਇਸ ਵਾਰ ਵੀ ਉਸ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ ਤੇ ਅੱਖਾਂ ਵਿਚਲੇ ਹੰਝੂ ਇਸ ਸਧਾਰਨ ਸਵਾਲ ਨੂੰ ਪੇਚੀਦਾ ਕਰ ਗਏ। ਵਕੀਲ ਸਾਹਿਬ ਨੇ ਥੋੜਾ ਰੁਕ ਕੇ ਪੁੱਛਿਆ, ਬੀਬੀ ਕੀ ਗੱਲ ਆਪਣਾ ਪਤਾ ਕਿਉਂ ਨਹੀਂ ਦੱਸਦੀ? ਕੇਸ ਫਾਈਲ ਕਰਨ ਲਈ ਤੇਰਾ ਪਤਾ ਲਿਖਣਾ ਜ਼ਰੂਰੀ ਹੈ। ਇਸ ਵਾਰ ਜਸਪ੍ਰੀਤ ਕਹਿਣ ਲੱਗੀ, ਮੇਰਾ ਤਾਂ ਕੋਈ ਪਤਾ ਹੀ ਨਹੀਂ। ਬੀਬੀ ਇਹ ਕਿਵੇਂ ਹੋ ਸਕਦਾ? ਵਕੀਲ ਸਾਹਿਬ ਨੇ ਪੁੱਛਿਆ। ਨਹੀਂ ਸੱਚੀ ਕੋਈ ਪਤਾ ਨਹੀਂ ਮੇਰਾ। ਇੰਨਾ ਆਖ ਜਸਪ੍ਰੀਤ ਕਿਧਰੇ ਗੁਆਚ ਗਈ। ਇੰਨੇ ਨੂੰ ਜਸਪ੍ਰੀਤ ਦੇ ਨਾਲ ਆਈ ਇੱਕ ਔਰਤ ਨੇ ਦੱਸਿਆ ਕਿ ਜਸਪ੍ਰੀਤ ਰੈੱਡ ਕਰਾਸ ਦੇ ਨਾਰੀ ਨਿਕੇਤਨ ਵਿੱਚ ਰਹਿੰਦੀ ਹੈ। ਵਕੀਲ ਦੇ ਮੁਨਸ਼ੀ ਨੇ ਰੈੱਡ ਕਰਾਸ ਦਾ ਪਤਾ ਲਿਖ ਕੇ ਕੇਸ ਫਾਈਲ ਕਰ ਦਿੱਤਾ। ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ ਤਰੀਕਾਂ ਦਾ। ਜਸਪ੍ਰੀਤ ਤਰੀਕ ਤੇ ਆਉਂਦੀ, ਚੁੱਪ-ਚਾਪ ਆਪਣੀ ਵਾਰੀ ਦਾ ਘੰਟਿਆਂ ਤੱਕ ਇੰਤਜ਼ਾਰ ਕਰਦੀ। ਕੇਸ ਦੀ ਕਾਰਵਾਈ ਹੁੰਦੀ ਤੇ ਉਹ ਅਗਲੀ ਤਰੀਕ ਲੈ ਕੇ ਵਾਪਸ ਚਲੀ ਜਾਂਦੀ। ਬਾਕੀ ਲੋਕਾਂ ਵਾਂਗ ਉਸਨੂੰ ਕਦੇ ਵਾਪਸ ਜਾਣ ਦੀ ਕਾਹਲੀ ਨਾ ਹੁੰਦੀ, ਕਿਉਂਕਿ ਉਸ ਨਾਲ ਕਿਹੜਾ ਆਪਣੇ ਘਰ ਜਾਣਾ ਹੁੰਦਾ ਸੀ। ਉਸ ਦੀ ਕਿਹੜਾ ਕਿਸੇ ਨੂੰ ਉਡੀਕ ਹੁੰਦੀ ਸੀ। ਜਸਪ੍ਰੀਤ ਆਪਣੇ ਮਾਂ-ਬਾਪ ਦੀ ਸਭ ਤੋਂ ਛੋਟੀ ਧੀ ਸੀ। ਉਸ ਦੀ ਇੱਕ ਵੱਡੀ ਭੈਣ ਤੇ ਇੱਕ ਭਰਾ ਸੀ ਜੋ ਆਪੋ ਆਪਣੇ ਪਰਿਵਾਰਾਂ ਨਾਲ ਸੁਖੀ ਵਸਦੇ ਸਨ। ਜਸਪ੍ਰੀਤ 12 ਕੁ ਜਮਾਤਾਂ ਪੜ੍ਹੀ ਤੇ ਛੋਟੇ ਕੱਦ ਦੀ ਪਰ ਸ਼ਕਲ ਦੀ ਖੂਬਸੂਰਤ ਔਰਤ ਸੀ। ਉਮਰ ਉਸ ਦੀ 35-36 ਸਾਲ ਦੀ ਸੀ। ਉਸ ਦੇ ਇੱਕ 10 ਕੁ ਸਾਲ ਦਾ ਬੇਟਾ ਸੀ ਜੋ ਉਸਨੇ ਕਿਸੇ ਹੋਸਟਲ ਵਿੱਚ ਪੜ੍ਹਨ ਲਈ ਛੱਡਿਆ ਹੋਇਆ ਸੀ। ਉਸਦੇ ਪਤੀ ਦਾ ਉਸ ਨਾਲ ਤਲਾਕ ਦਾ ਕੇਸ ਚੱਲਦਾ ਸੀ। ਤਲਾਕ ਦੀ ਵਜ੍ਹਾ ਸੀ ਉਸਦੇ ਪਤੀ ਦਾ ਅੜੀਅਲ ਹੋਣਾ ਤੇ ਸ਼ਾਇਦ ਹੁਣ ਉਹ ਜਸਪ੍ਰੀਤ ਤੋਂ ਅੱਕ ਚੁੱਕਾ ਸੀ। ਜਸਪ੍ਰੀਤ ਇੱਕ ਵਫ਼ਾਦਾਰ ਤੇ ਜਜ਼ਬਾਤੀ ਔਰਤ ਸੀ। ਉਸਨੂੰ ਆਪਣੇ ਪਤੀ ਦੀ ਬੇਵਫਾਈ ਮਨਜ਼ੂਰ ਨਹੀਂ ਸੀ। ਇਸੇ ਦੁੱਖ ਕਾਰਨ ਉਹ ਆਪਣਾ ਥੋੜਾ ਮਾਨਸਿਕ ਸੰਤੁਲਨ ਵੀ ਗੁਆ ਬੈਠੀ ਸੀ। ਜੇ ਚੁੱਪ ਹੁੰਦੀ ਤਾਂ ਚੁੱਪ ਹੀ ਰਹਿੰਦੀ ਤੇ ਜੇ ਕਿਧਰੇ ਬੋਲਣ ਲੱਗ ਪੈਂਦੀ ਤਾਂ ਪਿਆਰ, ਵਫ਼ਾ, ਰਿਸ਼ਤੇ, ਜ਼ਿੰਦਗੀ, ਧੋਖਾ ਇਹਨਾਂ ਲਫ਼ਜ਼ਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਪਰਿਭਾਸ਼ਾਵਾਂ ਦੱਸਦੀ। ਜਦੋਂ ਉਸਦੇ ਪਤੀ ਨੇ ਉਸਨੂੰ ਆਪਣੇ ਘਰੋਂ ਚਲੀ ਜਾਣ ਲਈ ਕਿਹਾ ਤਾਂ ਉਹ ਕੁਝ ਦੇਰ ਆਪਣੇ ਮਾਂ-ਬਾਪ ਤੇ ਭਰਾ ਕੋਲ ਰਹਿਣ ਲੱਗੀ। ਪਰ ਉਸਦੇ ਮਾਂ-ਬਾਪ ਉਸਨੂੰ ਇੱਕ ਅਣਚਾਹਿਆ ਬੋਝ ਸਮਝਣ ਲੱਗੇ। ਉਹ ਭਾਰ ਜੋ ਉਹ ਇੱਕ ਵਾਰ ਸਿਰੋਂ ਉਤਾਰ ਚੁੱਕੇ ਸਨ ਤੇ ਦੁਬਾਰਾ ਉਹ ਜਸਪ੍ਰੀਤ ਦੇ ਬੋਝ ਨੂੰ ਢੋਣ ਲਈ ਤਿਆਰ ਨਹੀਂ ਸਨ। ਉਸਦੇ ਭਰਾ ਨੇ ਵੀ ਸ਼ਾਇਦ ਭੈਣ ਦੀ ਰੱਖੜੀ ਨੂੰ ਇੱਕ ਸ਼ਗਨ, ਇੱਕ ਪਰੰਪਰਾ ਕਰਕੇ ਹੀ ਜਾਣਿਆ। ਇਸ ਰੱਖੜੀ ਦੇ ਸਹੀ ਅਰਥ ਸਮਝਣ ਤੋਂ ਉਸਦਾ ਭਰਾ ਵੀ ਤਾਂ ਅਸਮਰੱਥ ਸੀ। ਜਸਪ੍ਰੀਤ ਨੇ ਜਿਸ ਇਨਸਾਨ ਨਾਲ ਸਾਰੀ ਉਮਰ ਦਾ ਨਾਤਾ ਜੋੜਿਆ ਸੀ, ਜਦੋਂ ਉਹ ਇਨਸਾਨ ਯਾਨੀ ਕਿ ਉਸਦਾ ਪਤੀ ਗ੍ਰਹਿਸਥੀ ਜੀਵਨ ਦੇ ਇੱਕ ਦਹਾਕੇ ਬਾਅਦ ਹੀ ਗ੍ਰਹਿਸਥੀ ਦੀ ਗੱਡੀ ਤੇ ਵਫ਼ਾ ਤੇ ਵਿਸ਼ਵਾਸ ਰੂਪੀ ਪਹੀਏ ਗੁਆ ਬੈਠਾ ਤਾਂ ਗ੍ਰਹਿਸਥ ਦੀ ਵੱਡੀ ਗੱਡੀ ਡਾਵਾਂਡੋਲ ਹੋ ਗਈ। ਜਸਪ੍ਰੀਤ ਤੇ ਉਸਦੇ ਪਤੀ ਦਾ ਰਿਸ਼ਤਾ ਤਿੜਕਦਿਆਂ ਤਿੜਕਦਿਆਂ ਉਸ ਦਿਨ ਚਕਨਾਚੂਰ ਹੋ ਗਿਆ ਜਿਸ ਦਿਨ ਉਸਦੇ ਪਤੀ ਨੇ ਉਸਦੀ ਥਾਂ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕਰਕੇ ਉਸਨੂੰ ਘਰੋਂ ਕੱਢ ਦਿੱਤਾ ਤੇ ਤਲਾਕ ਲਈ ਅਰਜ਼ੀ ਦੇ ਦਿੱਤੀ। ਜਿਸ ਘਰ ਵਿੱਚ ਜਸਪ੍ਰੀਤ ਦਾ ਜਨਮ ਹੋਇਆ ਉਸਨੇ ਬਚਪਨ ਮਾਣਿਆ, ਜਵਾਨੀ ਵਿੱਚ ਪੈਰ ਧਰਦਿਆਂ ਆਉਣ ਵਾਲੀ ਜ਼ਿੰਦਗੀ ਲਈ ਸੁਪਨੇ ਬੁਣੇ ਤੇ ਇੱਕ ਦਿਨ ਇਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਚਲੀ ਗਈ ਇੱਕ ਨਵੇਂ ਘਰ ਵਿੱਚ, ਨਵੇਂ ਰਿਸ਼ਤਿਆਂ ਨੂੰ ਹੰਢਾਉਣ। ਪਰ ਇਹ ਦੋਵੇਂ ਘਰ ਸ਼ਾਇਦ ਉਸ ਦੇ ਨਾ ਹੋ ਸਕੇ।
ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਜਸਪ੍ਰੀਤ ਨੇ ਇਹਨਾਂ ਦੋਵਾਂ ਘਰਾਂ ਦੇ ਰਿਸ਼ਤਿਆਂ ਨੂੰ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਦੋਵਾਂ ਘਰਾਂ ਲਈ ਦੁਆਵਾਂ ਮੰਗੀਆਂ ਤੇ ਸੁੱਖ ਦੁੱਖ ਹੰਢਾਏ, ਪਰ ਅੱਜ ਇਹਨਾਂ ਦੋਵਾਂ ਘਰਾਂ ਦੇ ਬੂਹੇ ਜਸਪ੍ਰੀਤ ਲਈ ਬੰਦ ਸਨ ਤੇ ਜ਼ਿੰਦਗੀ ਦੇ ਇਸ ਦੁਰਾਹੇ ਤੋਂ ਜੋ ਰਾਹ ਜਾਂਦਾ ਸੀ ਉਹ ਸੀ ਨਾਰੀ ਨਿਕੇਤਨ। ਤੇ ਜਸਪ੍ਰੀਤ ਵੀ ਇੱਕੋ ਇੱਕ ਬੱਚੇ ਰਾਹ ਤੇ ਤੁਰ ਚਲੀ ਗਈ ਨਾਰੀ ਨਿਕੇਤਨ। ਇਸ ਨਾਰੀ ਨਿਕੇਤਨ ਵਿੱਚ ਵੀ ਤਾਂ ਰਹਿਣ ਲਈ ਸੀਮਤ ਸਮਾਂ ਸੀ ਉਸ ਕੋਲ। ਉਸ ਤੋਂ ਬਾਅਦ ਦੀ ਜ਼ਿੰਦਗੀ ਹਨੇਰਾ, ਅਨਿਸ਼ਚਿਤਤਾ, ਇਕੱਲਤਾ, ਦਰਦ, ਇਹੀ ਸਭ ਹੀ ਤਾਂ ਰਹਿ ਗਿਆ ਸੀ। ਇਕੱਲੀ ਜਸਪ੍ਰੀਤ ਹੀ ਨਹੀਂ, ਨਾ ਜਾਣੇ ਸਾਡੇ ਸਮਾਜ ਵਿੱਚ ਕਿੰਨੀਆਂ ਹੀ ਔਰਤਾਂ ਹਨ ਜਿਨ੍ਹਾਂ ਦੀ ਕਹਾਣੀ ਜਸਪ੍ਰੀਤ ਨਾਲ ਮਿਲਦੀ ਹੈ। ਤੇ ਉਹਨਾਂ ਸਾਰੀਆਂ ਔਰਤਾਂ ਨੂੰ ਵੇਖ ਇਹ ਸਵਾਲ ਉੱਠਦਾ ਹੈ, ਇੱਕ ਔਰਤ ਜੋ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ, ਇੱਕ ਮੋੜ ਤੇ ਇਕੱਲੀ ਕਿਉਂ ਹੋ ਜਾਂਦੀ ਹੈ? ਹਰ ਘਰ ਔਰਤ ਨਾਲ ਆਬਾਦ ਹੁੰਦਾ ਹੈ, ਫਿਰ ਇਹ ਔਰਤ ਖੁਦ ਕਿਉਂ ਉੱਜੜ ਜਾਂਦੀ ਹੈ? ਇੱਕ ਔਰਤ ਜਿਸ ਦੀ ਕੁੱਖ ਇੱਕ ਨਵੀਂ ਜ਼ਿੰਦਗੀ ਦਾ 9 ਮਹੀਨਿਆਂ ਤੱਕ ਸਿਰਨਾਵਾਂ ਬਣਦੀ ਹੈ, ਉਸ ਔਰਤ ਦਾ ਕੋਈ ਆਪਣਾ ਪਤਾ ਕਿਵੇਂ ਨਹੀਂ ਹੁੰਦਾ? ਔਰਤ ਜੋ ਦੁਨੀਆ ਦੇ ਚੱਲਦੇ ਰਹਿਣ ਦੇ ਅਸੂਲ ਵਿੱਚ ਅੱਧ ਦੀ ਭਾਗੀਦਾਰ ਹੈ, ਉਹ ਲਾਚਾਰ, ਬੇਬਸ ਤੇ ਕਮਜ਼ੋਰ ਕਿਉਂ ਹੋ ਜਾਂਦੀ ਹੈ? ਪਿਆਰ, ਵਫਾ, ਮਮਤਾ, ਸਹਿਨਸ਼ੀਲਤਾ, ਕੁਰਬਾਨੀ ਔਰਤ ਦੇ ਦੂਜੇ ਨਾਮ ਹਨ। ਫਿਰ ਬੇਨਾਮ ਕਿਉਂ ਹੁੰਦੀ ਹੈ ਔਰਤ? ਮਾਂ, ਭੈਣ, ਪਤਨੀ, ਬੇਟੀ ਤੇ ਕਈ ਹੋਰ ਰੂਪਾਂ ਰਿਸ਼ਤਿਆਂ ਵਿੱਚ ਲਹੂ ਨਾਲ ਸਿੰਜਦੀ ਔਰਤ ਇਹਨਾਂ ਰਿਸ਼ਤਿਆਂ ਦੀ ਛਾਂ ਤੋਂ ਸੱਖਣੀ ਕਿਉਂ ਹੋ ਜਾਂਦੀ ਹੈ? ਔਰਤ ਦਾ ਹਰ ਰੂਪ ਜ਼ਿੰਦਗੀ ਵਿੱਚ ਬਸੰਤ ਦਾ ਅਹਿਸਾਸ ਕਰਵਾਉਂਦਾ ਹੈ, ਫਿਰ ਔਰਤ ਦੀ ਖੁਦ ਦੀ ਜ਼ਿੰਦਗੀ ਪਤਝੜ ਕਿਉਂ? ਧੰਨਵਾਦ ਜੀ। ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ, ਕਿਉਂਕਿ ਇਹ ਕਹਾਣੀ ਇੱਕ ਔਰਤ ਤੇ ਨਿਰਭਰ ਕਰਦੀ ਹੈ ਅਤੇ ਇੱਕ ਦਿਲ ਨੂੰ ਛੂਹਦੀ ਇਹ ਕਹਾਣੀ। ਇਸ ਕਹਾਣੀ ਨੂੰ ਅਖੀਰ ਤੱਕ ਸੁਣਿਆ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।